ਸੋ ਮੈਂ ਸਮਝਦਾ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ, ਬਲਕਿ ਕਾਨੂੰਨ ਵਿੱਚ ਖਲਲ ਪਾ ਰਹੇ ਨੇਗੇ। ਕਾਨੂੰਨ ਨੂੰ ਆਪਣੀ ਕਾਰਵਾਈ ਨੂੰ ਕਰਨ ਤੋਂ ਰੋਕਣ ਦਾ ਯਤਨ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਕਰ ਰਹੀ ਹੈ। ਅੱਜ ਭਰਤ ਭੂਸ਼ਣ ਆਸ਼ੂ ਉੱਥੇ ਮੌਜੂਦ ਸੀ, ਤ੍ਰਿਪਤ ਰਜਿੰਦਰ ਬਾਜਵਾ ਮੌਜੂਦ ਸੀ। ਉਹ ਕਹਿੰਦੇ ਕਿ ਇਹ ਨਾ ਕਹੀਓ ਕਿ ਰਾਤ 3 ਵਜੇ ਆ ਕੇ ਵਿਜੀਲੈਂਸ ਨੇ ਚੱਕ ਲਿਆ, ਜਿੰਨੇ ਚੱਕਣਾ ਹੈ ਕਰਨਾ ਹੈ ਉਹ ਅੱਜ ਹੀ ਸਾਨੂੰ ਗ੍ਰਿਫਤਾਰ ਕਰ ਲਓ। ਦੇਖੋ, ਜਦੋਂ ਜਦੋਂ ਸਬੂਤ ਇਨਵੈਸਟੀਗੇਸ਼ਨ ਅਫਸਰਾਂ ਕੋਲੇ ਜਿਸ ਵੀ ਵਿਅਕਤੀ ਦੇ ਖਿਲਾਫ ਪਹੁੰਚਦਾ ਹੈਗਾ ਉਸ ਸਮੇਂ ਕਾਰਵਾਈ ਹੁੰਦੀ ਹੈਗੀ, ਔਰ ਜਦੋਂ ਵੀ ਕੋਈ ਸਬੂਤ ਆਉਂਦਾ ਗਾ ਸੋ ਇਹ ਕਿਉਂ ਜਿਹੜਾ ਹੈਗਾ ਡਰਨ ਦੀ ਗੱਲ ਕਰਦੇ ਨੇ ਕਿ ਸੋ ਬਿਲਕੁਲ ਸਪਸ਼ਟ ਕਰ ਦਿਆਂਗੇ ਜਦੋਂ ਵੀ ਕਿਸੇ ਦੇ ਖਿਲਾਫ ਸਬੂਤ ਮਿਲੂਗਾ ਕਾਰਵਾਈ ਹੋਊ। ਅਸੀਂ ਤਾਂ ਆਪਣਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ ਨਾ, ਇਹ ਕੋਈ ਬੈਂਡੇਟਾ ਪੋਲਿਟਿਕਸ ਨਹੀਂ ਹੈਗੀ ਜਿਹੜੀ ਗੱਲ ਕਰਦੇ ਨੇਗੇ ਕਿ ਅਸੀਂ ਕੋਈ ਬੈਂਡੇਟਾ ਪੋਲਿਟਿਕਸ ਕਰਦੇ ਹਾਂ। ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਇਸ ਬਦਲਾਖੋਰੀ ਦੀ ਸਿਆਸਤ ਤੋਂ ਕੋਹਾਂ ਦੂਰ ਆ। ਕਾਨੂੰਨ ਬਿਲਕੁਲ ਪੰਜਾਬ 'ਚ ਕੰਮ ਕਰਨ ਲੱਗਿਆ। ਪਹਿਲਾਂ ਕਾਨੂੰਨ ਦੀਆਂ ਬਾਹਾਂ ਬੰਨੀਆਂ ਹੋਈਆਂ ਸੀ, ਪਹਿਲਾਂ ਕਾਨੂੰਨ ਨੂੰ ਤੋੜਿਆ ਮਰੋੜਿਆ ਜਾਂਦਾ ਸੀਗਾ, ਕਾਨੂੰਨ ਨੂੰ ਇੱਕ ਪਾਸੇ ਲਈ ਵਰਤਿਆ ਜਾਂਦਾ ਸੀਗਾ, ਪੰਜਾਬ ਪੁਲਿਸ ਦਾ ਸਿਆਸੀਕਰਨ ਹੋਇਆ ਸੀਗਾ। ਉਹ ਸਾਰਾ ਕੁਝ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋੜਿਆਗਾ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਜਿਹੜਾ ਸਿਆਸੀਕਰਨ ਦਾ ਇੱਕ ਬਣਿਆ ਹੋਇਆ ਸੀ, ਗਰੁੱਪ ਬਣਿਆ ਹੋਇਆ ਸੀਗਾ, ਆਪਸੀ ਜਿਹੜੀ ਆ ਉਹਨਾਂ ਦੀ ਸਾਂਝ ਬਣੀ ਹੋਈ ਸੀ, ਉਹ ਤੋੜੀ ਆ। ਹੁਣ ਜਿਹੜਾ ਕਾਨੂੰਨ ਕੰਮ ਕਰਨ ਲੱਗਿਆ, ਹੁਣ ਖੁੱਲ੍ਹ ਕੇ ਪੰਜਾਬ ਪੁਲਿਸ ਦੇ ਅਧਿਕਾਰੀ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਨੇ ਕਿ ਵਿਜੀਲੈਂਸ ਦੇ ਡਿਪਾਰਟਮੈਂਟ ਦੇ ਅਧਿਕਾਰੀ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਨੇ ਕਿ ਸੋ ਮੈਂ ਸਮਝਦਾ ਜਿਹੜਾ ਕਾਨੂੰਨ ਦੇ ਵਿੱਚ ਇਹਨਾਂ ਨੂੰ ਖਲਲ ਨਹੀਂ ਪਾਉਣੀ ਚਾਹੀਦੀ। ਇਨਵੈਸਟੀਗੇਸ਼ਨ ਜਿਹੜੀ ਆ ਕੰਪਲੀਟ ਹੋਣੀ ਚਾਹੀਦੀ ਆ। ਅਸੀਂ ਕੋਈ ਚਲਾਨ ਰੋਕ ਕੇ ਨਹੀਂ ਰੱਖਦੇ। ਜਿਨ੍ਹਾਂ ਵੀ ਵਿਅਕਤੀਆਂ ਦੇ ਖਿਲਾਫ ਹੁਣ ਤੱਕ ਲਗਭਗ 200 ਤੋਂ ਉੱਪਰ 210 ਵਿਅਕਤੀਆਂ ਦੇ ਖਿਲਾਫ ਜਿਹੜੀ ਹੈ ਗ੍ਰਿਫਤਾਰੀ ਹੋਈ ਹੈਗੀ। ਅਸੀਂ ਤਾਂ ਕਿਸੇ ਦਾ ਇਹ ਨਹੀਂ ਕਿ ਚਲਾਨ ਰੋਕ ਕੇ ਰੱਖਿਆ ਗਿਆ, ਅਸੀਂ ਤਾਂ ਚਾਰਜ ਸ਼ੀਟ ਜਿਹੜੀ ਹੈ ਸਮੇਂ ਸਿਰ ਜਿਹੜੀ ਪੇਸ਼ ਕਰਦੇ ਹਾਂ ਅਦਾਲਤਾਂ ਦੇ ਵਿੱਚ ਤਾਂ ਕਿ ਅਦਾਲਤਾਂ ਜਿਹੜੀਆਂ ਫੈਸਲੇ ਕਰਨ। ਬਿਲਕੁਲ ਕੀ ਭਰਤ ਭੂਸ਼ਣ ਆਸ਼ੂ ਦੇ ਖਿਲਾਫ ਕੁਝ ਹੈ? ਭਾਰਤ ਭੂਸ਼ਣ ਆਸ਼ੂ ਤਾਂ ਕਹਿ ਰਹੇ, ਕਹਿੰਦੇ ਮੈਂ ਆ ਗਿਆ, ਕਹਿੰਦੇ ਮੈਂ ਡਰਦਾ ਨਹੀਂ ਹਾਂ, ਮੈਂ ਆ ਗਿਆ। ਤ੍ਰਿਪਤ ਰਜਿੰਦਰ ਬਾਜਵਾ ਉੱਥੇ ਸੀਗੇ। ਕੀ ਇਹਨਾਂ ਦੋਹਾਂ ਸਾਬਕਾ ਮੰਤਰੀਆਂ ਦੇ ਖਿਲਾਫ ਡਾਕੂਮੈਂਟ ਹੈ? ਕੋਈ ਕਾਰਵਾਈ ਹੋਏਗੀ? ਕਿ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ? ਕਿ ਉਹਨਾਂ ਤੇ FIR ਹੋਈ ਹੈ? ਕੀ ਕੁਛ ਹੈ ਪੂਰਾ ਮਾਮਲਾ? ਦੇਖੋ, ਮੈਂ ਕਿਸੇ ਕੇਸ ਦਾ ਇਨਵੈਸਟੀਗੇਸ਼ਨ ਆਫੀਸਰ ਨਹੀਂ ਹੈਗਾ। ਇਨਵੈਸਟੀਗੇਸ਼ਨ ਜਿਹੜੀ ਆ ਉਹ ਇਨਵੈਸਟੀਗੇਸ਼ਨ ਆਫੀਸਰ ਕਰ ਰਿਹਾ ਹੈਗਾ, ਔਰ ਜਿਹੜੇ ਵੀ ਵਿਅਕਤੀ ਦਾ ਨਾਮ ਆਊਗਾ ਉਹ ਚਾਹੇ ਕਾਨੂੰਨ ਤੋਂ ਕੋਈ ਵੱਡਾ ਨਹੀਂ ਹੁੰਦਾ ਹੈਗਾ, ਕਾਨੂੰਨ ਤੋਂ ਕੋਈ ਵੀ ਵੱਡਾ ਨਹੀਂ ਹੁੰਦਾਗਾ। ਜਿਹੜੇ ਵੀ ਵਿਅਕਤੀ ਦਾ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਨਾਮ ਆਊਗਾ, ਜਿਹਨੇ ਵੀ ਗੈਰ ਕਾਨੂੰਨੀ ਕੰਮ ਕੀਤਾਗਾ, ਜਿਹਨੇ ਵੀ ਕਿਸੇ ਦਾ ਹੱਕ ਮਾਰਿਆਗਾ, ਕਿਸੇ ਦਾ ਹੱਕ ਖੋਇਆਗਾ, ਜਿਹਨੇ ਵੀ, ਉਹਨਾਂ ਸਾਰੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈਗੀ। ਸੋ ਮੈਂ ਇਹ ਕਹਿਣਾ ਉਚਿਤ ਨਹੀਂ ਹੋਊਗਾ ਕਿਹਦਾ ਨਾਂ ਹੈਗਾ ਜਾਂ ਕਿਹਦਾ ਨਾਂ ਨਹੀਂ। ਇਨਵੈਸਟੀਗੇਸ਼ਨ ਆਫੀਸਰ ਜਿਹੜਾ ਹੈ ਦੱਸ ਸਕਦਾ। ਕਹਿੰਦੇ ਸਰਕਾਰ ਬਦਨਾਮ ਕਰਦੀ ਹੈ, ਕਹਿੰਦੇ ਸਰਕਾਰ ਜਾਣਬੁੱਝ ਕੇ ਨਾਮ ਉਛਾਲਦੀ ਹੈ, ਚਰਚਾ ਛੇੜ ਦਿੰਦੀ ਹੈ, ਸਿਰਫ ਬਦਨਾਮ ਕੀਤਾ ਜਾ ਰਿਹਾ ਵਾ। ਉਹ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਕੀਤਾ, ਗਿਲਜੀਆਂ ਦਾ ਜ਼ਿਕਰ ਕੀਤਾ, ਤ੍ਰਿਪਤ ਰਜਿੰਦਰ ਬਾਜਵਾ ਦਾ ਜ਼ਿਕਰ ਕੀਤਾ। ਕਹਿੰਦੇ ਸਿਰਫ ਔਰ ਸਿਰਫ ਸਾਰਿਆਂ ਪਾਸੇ ਬਦਨਾਮੀ ਖੱਟੀ ਜਾ ਰਹੀ ਹੈ। ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਕਿ 2027 'ਚ ਫਿਰ ਅਸੀਂ ਆਵਾਂਗੇ, ਫਿਰ ਗੰਢ ਅਜਿਹੀ ਹੈ ਜਿਹੜੀ ਮੂੰਹ ਦੇ ਨਾਲ ਖੁੱਲੇਗੀ। ਦੇਖੋ, ਮੈਂ ਸਮਝਦਾ ਇੱਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਾਨੂੰਨ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ 'ਚ ਖਲਲ ਪਾਉਣ ਦਾ ਯਤਨ ਕਰ ਰਹੀ ਹੈ। ਇਸੇ ਸਮੇਂ ਐਟ ਦਿਸ ਸਟੇਜ ਜਿਹੜਾ ਹੈਗਾ ਉਹ ਥ੍ਰੈਟ ਕਰ ਰਹੀ ਹੈ, ਇਨਵੈਸਟੀਗੇਸ਼ਨ ਅਫਸਰ ਨੂੰ ਥ੍ਰੈਟ ਕਰ ਰਹੀ ਹੈ। ਸੋ ਮੈਂ ਸਮਝਦਾ ਉਹਨਾਂ ਦੇ ਖਿਲਾਫ, ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਨੇਗੇ। ਕਾਨੂੰਨ ਸਭ ਲਈ ਬਰਾਬਰ ਆ। ਅਸੀਂ ਤਾਂ ਬਿਲਕੁਲ ਸਮੇਂ ਰਹਿੰਦੇ ਚਲਾਨ ਪੇਸ਼ ਕਰਾਂਗੇ, ਔਰ ਅੱਗੇ ਅਦਾਲਤ ਨੇ ਦੇਖਣਾਗਾ ਕਿ ਕਿਹੜਾ ਐਵੀਡੈਂਸ ਆਇਆਗਾ। ਅਦਾਲਤ ਨੇ ਆਪਣੀ ਸਕਰੂਟਨੀ ਕਰਨੀ ਆ। ਉਹ ਜਿਹੜਾ ਸਕਰੂਟਨੀ ਦੇ ਵਿੱਚ ਜਿਹਦੇ ਖਿਲਾਫ ਸਬੂਤ ਹੋਣਗੇ ਉਹਨੂੰ ਸਜ਼ਾ ਹੋ ਜੂ, ਜਿਹਦੇ ਖਿਲਾਫ ਸਬੂਤ ਨਹੀਂ ਹੋਣਗੇ ਬਰੀ ਹੋ ਜੂ। ਸੋ ਮੈਂ ਸਮਝਦਾਗਾ ਕਿ ਬਿਲਕੁਲ ਬਦਲਾਖੋਰੀ ਦੀ ਭਾਵਨਾ ਕਿਸੇ ਵੀ ਲੈਵਲ ਦੇ ਉੱਤੇ ਸਰਕਾਰ ਵਿੱਚ ਹੈ ਨਹੀਂ, ਪਰ ਲੇਕਿਨ ਇਹ ਜ਼ਰੂਰ ਹੈਗਾ ਕਿ ਅਸੀਂ ਕਿਸੇ ਭ੍ਰਿਸ਼ਟਾਚਾਰੀ ਨੂੰ ਨਹੀਂ ਬਖਸ਼ਾਂਗੇ। ਕਿੰਨੇ ਕੁ ਸਾਬਕਾ ਮੰਤਰੀ ਨੇ ਕਿਉਂਕਿ ਪਹਿਲਾਂ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਮ ਆਇਆ, ਗਿਲਜੀਆਂ ਦਾ ਨਾਮ ਆਇਆ, ਫਿਰ ਹੁਣ ਆਸ਼ੂ ਹੋਰਾਂ ਦਾ ਜ਼ਿਕਰ ਹੋ ਰਿਹਾ ਬਾਰ-ਬਾਰ। ਕਿੰਨੇ ਕੁ ਲੀਡਰ ਨੇ ਜਿਨ੍ਹਾਂ ਦਾ ਨਾਮ ਹੈ? ਜਾਂ ਸਿਰਫ ਬਦਨਾਮ ਕੀਤਾ ਜਾਏਗਾ, ਜਾਂ ਇਨਕੁਆਇਰੀ ਬੈਠੇਗੀ, ਜਾਂ ਫਿਰ ਇਹਨਾਂ ਦੇ ਉੱਤੇ ਐਕਸ਼ਨ ਹੋ ਕੇ ਸਜ਼ਾ ਵੀ ਹੋਏਗੀ? ਦੇਖੋ, ਮੈਂ ਫਿਰ ਦੁਹਰਾ ਰਿਹਾਗਾ ਕਿ ਇਨਵੈਸਟੀਗੇਸ਼ਨ ਹੋ ਰਹੀ ਆ। ਜਿਹੜੇ ਵੀ ਦੋਸ਼ੀ ਹੋਏ ਉਹ ਫੜੇ ਵੀ ਜਾਣਗੇ, ਉਹਨਾਂ ਦੇ ਖਿਲਾਫ ਸਮਾਂ ਰਹਿੰਦੇ ਚਲਾਨ ਵੀ ਪੇਸ਼ ਹੋਊਗਾ, ਔਰ ਚਲਾਨ ਪੇਸ਼ ਹੋਣ ਤੋਂ ਬਾਅਦ ਉਹਨਾਂ ਦਾ ਟ੍ਰਾਇਲ ਵੀ ਹੋਊਗਾ। ਅੱਗੇ ਅਦਾਲਤ ਨੇ ਦੇਖਣਾਗਾ। ਕਿਵੇਂ ਦੇਖਦੇ ਹੋ ਇਹ ਪੂਰਾ ਪ੍ਰੋਟੈਸਟ? ਪੂਰੀ ਕਾਂਗਰਸ ਇਕੱਠੀ ਹੋ ਕੇ ਆਂਦੀ, ਵਿਜੀਲੈਂਸ ਦਫ਼ਤਰ ਪਹੁੰਚਦੀ, ਕਹਿੰਦੇ ਜਿਹਨੂੰ ਗ੍ਰਿਫਤਾਰ ਕਰਨਾ ਕਰ ਲਓ, ਅਸੀਂ ਇੱਕ ਸਾਰੇ ਇਕੱਠੇ ਆ, ਜਿਹਨੂੰ ਕਰਨਾ ਜੋ ਕਰਨਾ ਕਰ ਲਓ, ਆਪਣਾ ਤੇਲ ਖਰਾਬ ਨਾ ਕਰੋ, ਸਮਾਂ ਖਰਾਬ ਨਾ ਕਰੋ, ਟਾਈਮ ਵੇਸਟ ਨਾ ਕਰੋ। ਦੇਖੋ, ਮੈਂ ਫਿਰ ਦੁਹਰਾ ਰਿਹਾ ਕਿ ਜਿਨ੍ਹਾਂ ਦੇ ਖਿਲਾਫ ਸਬੂਤ ਆਉਂਦੇ ਜਾਣਗੇ, ਜਿਹੜੇ ਵੀ ਭ੍ਰਿਸ਼ਟਾਚਾਰੀ ਹੋਣਗੇ, ਜਿਹੜੇ ਉਸ ਪ੍ਰੋਟੈਸਟ ਦੇ ਵਿੱਚ ਆਏ ਨੇ ਜਾਂ ਨਹੀਂ ਵੀ ਆਏ, ਜਾਂ ਇਹਨਾਂ ਦੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਚਲੇ ਗਏ, ਜਾਂ ਇਹਨਾਂ ਦੀ ਪਾਰਟੀ ਛੱਡਣ ਦੀ ਬਜਾਏ ਬਾਹਰਲੇ ਦੇਸ਼ਾਂ ਦੇ ਵਿੱਚ ਚਲੇ ਗਏ, ਉਹਨਾਂ ਸਾਰਿਆਂ ਦੇ ਖਿਲਾਫ ਕਾਨੂੰਨ ਨੇ ਆਪਣਾ ਕੰਮ ਕਰਨਾਗਾ। ਮੈਂ ਕੋਈ ਨਿੱਜੀ ਤੌਰ ਤੇ ਕੰਮ ਨਹੀਂ ਕਰਨਾ ਕਿਸੇ ਦੇ ਖਿਲਾਫ, ਮੈਂ ਕੋਈ ਨਿੱਜੀ ਤੌਰ ਤੇ ਕਿਸੇ ਦੇ ਖਿਲਾਫ ਨਹੀਂ ਕੰਮ ਕਰਨਾ, ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਸੇ ਦੇ ਖਿਲਾਫ ਨਹੀਂ ਕੰਮ ਕਰਨਾ। ਕਾਨੂੰਨ ਨੇ
ਕਾਨੂੰਨ ਨੇ ਆਪਣਾ ਰੁਖ ਅਖਤਿਆਰ ਕੀਤਾ ਹੈਗਾ। ਹੁਣ ਭ੍ਰਿਸ਼ਟਾਚਾਰੀ ਜਿਹੜੇ ਹੈਗੇ ਨੇ ਉਹ ਨਹੀਂ ਬਖਸ਼ੇ ਜਾਣਗੇ। ਵਿਦੇਸ਼ ਤੋਂ ਯਾਦ ਆਇਆ ਕਿ ਇੱਕ ਵਿਜੀਲੈਂਸ ਦੀ ਟੀਮ ਇਹ ਵੀ ਦੇਖ ਰਹੀ ਹੈ ਕਿ ਜਿਹੜੇ ਅਧਿਕਾਰੀਆਂ ਨੇ ਵਿਦੇਸ਼ ਦੀ ਪੀਆਰ ਲੈ ਲਈ ਹੈ ਉਹਨਾਂ ਦੇ ਉੱਤੇ ਹੁਣ ਐਕਸ਼ਨ ਤਿਆਰ ਹੋ ਰਿਹਾ। ਤੁਹਾਨੂੰ ਚਿੱਠੀ ਵੀ ਆ ਗਈ ਹੋਣੀ, ਸਾਰੇ ਵਿਭਾਗਾਂ ਨੂੰ ਚਿੱਠੀ ਜਾਰੀ ਕਰ ਦਿੱਤੀ ਕਿ ਕਿੰਨੇ ਕੁ ਅਜਿਹੇ ਅਫਸਰ ਨੇ ਜਿਨ੍ਹਾਂ ਨੇ ਪੀਆਰ ਲੈ ਲਈ, ਕਹਿੰਦੇ ਕਿ ਹਵਾਲਾ ਦੇ ਜ਼ਰੀਏ ਉੱਥੇ ਪੈਸਾ ਚਲੇ ਜਾਂਦਾ, ਉੱਥੇ ਸੈੱਟ ਹੋ ਜਾਂਦੇ ਨੇ। ਬਿਲਕੁਲ, ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਜਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉੱਥੇ ਪੀਆਰ ਲਈ ਹੋਈ ਹੈਗੀ, ਔਰ ਪੰਜਾਬ ਵਿੱਚ ਵੀ ਉਹ ਨੌਕਰੀ ਕਰਦੇ ਨੇ, ਪੰਜਾਬ ਵਿੱਚ ਵੀ ਨੌਕਰੀ ਕਰਦੇ ਉੱਥੇ ਵੀ ਪੀਆਰ ਲਈ ਹੋਈ ਆ। ਉਹ ਜਿਹੜਾ ਹੈਗਾ ਸਾਡਾ ਇੱਥੋਂ ਪੈਸਾ ਲੁੱਟ ਕੇ ਲੈ ਜਾਂਦੇ ਨੇ। ਜੇਕਰ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਸਮਾਂ ਹੁੰਦਾ ਤਾਂ ਬਾਹਰ ਰਹਿ ਜਾਂਦੇ ਨੇਗੇ। ਸੋ ਬਿਲਕੁਲ ਉਹਨਾਂ ਖਿਲਾਫ ਜਿਹੜੀ ਕਾਰਵਾਈ ਹੋ ਰਹੀ ਹੈ। ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ, ਇਹਨਾਂ ਤਾਂ ਮੇਰੇ ਕੋਲ ਸਬੂਤ ਆ ਰਹੇ ਨੇਗੇ ਕਿ ਕੁਝ ਲੋਕ 15-15 ਸਾਲ ਫੋਰਨ 'ਚ ਰਹੇ, ਬਾਹਰਲੇ ਦੇਸ਼ਾਂ ਦੇ ਵਿੱਚ ਰਹੇ, ਇੱਕ ਦਿਨ ਆਏ, ਪਿਛਲੀ ਸਰਕਾਰ ਨੇ, ਉਸ ਤੋਂ ਪਿਛਲੀ ਸਰਕਾਰ ਨੇ, ਪਿਛਲੀਆਂ ਸਰਕਾਰਾਂ ਨੇ ਇੱਕ ਦਿਨ ਲਈ ਆਏ, ਆ ਕੇ ਆਪਣੀ ਐਪਲੀਕੇਸ਼ਨ ਦਿੱਤੀ, ਉਸੇ ਦਿਨ ਉਹਨਾਂ ਨੂੰ ਜਿਹੜਾ ਹੈਗਾ ਕਲੀਨ ਚਿੱਟ ਮਿਲ ਗਈ, ਅਗਲੇ ਦਿਨ ਡਿਪਾਰਟਮੈਂਟ ਜੁਆਇਨ ਕਰ ਲਿਆ, ਔਰ ਉਸ ਤੋਂ ਅਗਲੇ ਦਿਨ ਰਿਟਾਇਰਮੈਂਟ ਲੈ ਕੇ ਫਿਰ ਬਾਹਰ ਚਲੇ ਗਏ। ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਇਹਨਾਂ ਲੋਕਾਂ ਨੇ ਲਾਇਆਗਾ। ਸੋ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਕੀਤੀਆਂ ਨੇਗੀਆਂ, ਸੋ ਇਹ ਭੁਗਤਣੀਆਂ ਇਹਨਾਂ ਨੂੰ ਪੈਣਗੀਆਂ। ਕਿਹੜੇ ਨਾਮ ਤੁਸੀਂ ਦੱਸ ਸਕਦੇ ਹੋ ਜਿਹੜੇ 15 ਸਾਲ ਵਿਦੇਸ਼ ਲਾਉਂਦੇ ਆ, ਨੌਕਰੀ ਪੰਜਾਬ ਕਰਦੇ ਆ, ਔਰ ਇੱਕ ਦਿਨ ਆਉਂਦੇ ਆ ਔਰ ਫਿਰ ਕਲੀਅਰ ਹੋ ਕੇ ਚਲੇ ਜਾਂਦੇ? ਕੋਈ ਨਾਮ ਦੱਸੋਗੇ ਕਿੰਨੇ ਨੇ, ਕੌਣ ਕੌਣ ਹੈ? ਦੇਖੋ, ਜਾਂਚ ਦਾ ਵਿਸ਼ਾ ਹੈਗਾ, ਇਹ ਤੇ ਅਧਿਕਾਰੀ ਜਿਹੜੇ ਹੈਗੇ ਨੇ ਜਾਂਚ ਕਰ ਰਹੇ ਨੇਗੇ। ਜਿਨ੍ਹਾਂ ਨੇ ਵੀ ਇਸ ਤਰ੍ਹਾਂ ਕੀਤਾਗਾ ਉਹਨਾਂ ਦੇ ਖਿਲਾਫ ਕਾਨੂੰਨ ਜਿਹੜਾ ਆਪਣਾ ਕਰ ਕਾਫੀ ਨੇਗੇ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇਗੇ, ਕਾਫੀ ਮੈਡੀਕਲ, ਬਹੁਤ ਸਾਰੇ ਡਿਪਾਰਟਮੈਂਟਾਂ ਦੇ ਅਧਿਕਾਰੀ ਵੀ ਨੇ, ਬਹੁਤ ਸਾਰੇ ਹੋਰ ਲੋਕ ਵੀ ਨੇ ਜਿਨ੍ਹਾਂ ਨੇ ਸਮਾਂ ਰਹਿੰਦਿਆਂ ਪੋਲੀਟੀਸ਼ੀਅਨਾਂ ਨਾਲ ਗੱਠਜੋੜ ਕਰਕੇ, ਉਸ ਸਮੇਂ ਦੀਆਂ ਸਰਕਾਰਾਂ ਨਾਲ ਗੱਠਜੋੜ ਕਰਕੇ, ਉਹਨਾਂ ਨਾਲ ਮਿਲ ਕੇ ਜਿਹੜਾ ਹੈਗਾ ਤਾਕਤ ਦੇ ਨਸ਼ੇ ਦੇ ਵਿੱਚ ਇਸ ਤਰ੍ਹਾਂ ਕਾਨੂੰਨ ਨੂੰ ਤੋੜਿਆ ਔਰ ਪੰਜਾਬ ਦਾ ਪੈਸਾ ਲੁੱਟਿਆ। ਕਾਂਗਰਸ ਦੀ ਇਸ ਹੰਕਾਰ ਨੂੰ ਅੱਜ ਕਿਵੇਂ ਤੁਸੀਂ ਦੇਖਦੇ ਹੋ ਜਦੋਂ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਜਾ ਕੇ ਬੜਕ ਜਿਹੜੀ ਉਹ ਸਰਕਾਰ ਨੂੰ ਮਾਰੀ ਹੈ? ਦੇਖੋ, ਕਾਂਗਰਸ ਜਿਹੜੀ ਮੈਂ ਸਮਝਦਾ ਖਿੰਡੀ ਪੁੰਡੀ ਕਾਂਗਰਸ, ਛਿਟਪੁੱਟ ਕਾਂਗਰਸ ਜਿਹੜੀ ਕਿ ਅੱਜ ਦੇਸ਼ ਵਿੱਚੋਂ ਖਤਮ ਹੋ ਚੁੱਕੀ ਆ, ਉਹ ਆਪਣਾ ਸਿਆਸੀ ਜ਼ਮੀਨ ਤਲਾਸ਼ਣ ਦੇ ਲਈ ਯਤਨ ਕਰ ਰਹੀ ਆ। ਦੇਸ਼ ਦਾ ਬੱਚਾ ਜਾਣਦਾਗਾ ਕਿ ਕਾਂਗਰਸ ਪਾਰਟੀ ਦੇਸ਼ ਵਿੱਚੋਂ ਬਿਲਕੁਲ ਹਾਸ਼ੀਏ ਤੇ ਆ, ਡੈਡ ਹੋ ਚੁੱਕੀ ਆ, ਸੋ ਵੈਂਟੀਲੇਟਰ ਤੇ ਪਈ ਆ। ਉਹ ਕਾਂਗਰਸ ਜਿਹੜੀ ਆ ਆਪਣੀ ਸਿਆਸੀ ਜ਼ਮੀਨ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੀ ਆ, ਔਰ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੀ ਆ। ਔਰ ਤੁਸੀਂ ਦੇਖੋਗੇ ਕਿ ਅੱਜ ਇਹਨਾਂ ਦੇ ਤਾਂ ਜਿਹੜੇ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਬਾਜਵਾ ਜੀ, ਉਹਨਾਂ ਨੂੰ ਇਹਨਾਂ ਨੇ ਵੜਨ ਤੱਕ ਨਹੀਂ ਦਿੱਤਾ ਆਪਦੇ ਦਫ਼ਤਰ ਦੇ ਵਿੱਚ। ਸੋ ਇਹ ਬਿਲਕੁਲ ਹੀ ਅਲੱਗ ਥਲੱਗ ਪਏ ਹੋਏ ਨੇਗੇ। ਹੁਣ ਇੱਕ ਦੂਜੇ ਨੂੰ ਬਚਾਉਣ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਗੱਠਜੋੜ ਬਣਿਆ ਹੈਗਾ, ਔਰ ਥੋੜੇ ਦਿਨਾਂ 'ਚ ਖਤਮ ਹੋ ਜਾਊਗਾ। ਇਸ ਤੋਂ ਇਲਾਵਾ ਪਰਲ ਗਰੁੱਪ ਦੇ ਖਿਲਾਫ ਇਨਕੁਆਇਰੀ ਬਿਠਾ ਦਿੱਤੀ ਹੈ ਕਿਉਂਕਿ ਕਰੋੜਾਂ ਰੁਪਈਆ ਆਮ ਲੋਕਾਂ ਦਾ ਜਿਹੜਾ ਇੰਨੀ ਮਿਹਨਤ ਨਾਲ ਕਮਾਉਂਦੇ ਆ। ਪਰਲ ਗਰੁੱਪ ਦੀ ਕੀ ਪ੍ਰਾਪਰਟੀ ਸੀਲ ਕੀਤੀ ਜਾਏਗੀ, ਅਟੈਚ ਕੀਤੀ ਜਾਏਗੀ? ਕੀ ਕੁਝ ਪਰਲ ਗਰੁੱਪ ਦੇ ਖਿਲਾਫ ਇਨਕੁਆਇਰੀ ਹੋਣ ਜਾ ਰਹੀ ਹੈ? ਦੇਖੋ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਰਲ ਗਰੁੱਪ ਦੇ ਖਿਲਾਫ ਇਨਵੈਸਟੀਗੇਸ਼ਨ ਜਾਂਚ ਦਾ ਜਿਹੜਾ ਆਦੇਸ਼ ਦਿੱਤੇ ਨੇਗੇ, ਔਰ ਜਿਹੜੇ ਵੀ ਵਿਅਕਤੀਆਂ ਨੇ ਪਰਲ ਗਰੁੱਪ ਦੇ ਵਿੱਚ ਆਪਣਾ ਹੱਥ ਰੰਗੇ ਨੇਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ। ਬੇਸ਼ੱਕ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੇ ਰਾਹੀਂ ਇੱਕ ਕਮਿਸ਼ਨ ਵੀ ਬਣਿਆ ਹੋਇਆ, ਉਸ ਕਮਿਸ਼ਨ ਦੇ ਨਾਲ ਵੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਰਾਬਤਾ ਸਾਧਣਗੀਆਂ। ਔਰ ਜਿਹੜੀ ਪ੍ਰਾਪਰਟੀ ਮੈਨੂੰ ਜਿੰਨਾ ਕੁ ਪਤਾ ਲੱਗਿਆ ਕਿ ਬਹੁਤ ਸਾਰੇ ਕਾਂਗਰਸੀਆਂ ਦੱਬੀ ਹੋਈ, ਉਹ ਛਡਾਈ ਜਾਊਗੀ ਤਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਉਹ ਪ੍ਰਾਪਰਟੀ ਮੋੜ ਸਕੀਏ ਜਿਨ੍ਹਾਂ ਨੇ ਵਿਚਾਰਿਆਂ ਨੇ ਮਿਹਨਤ ਕਰਕੇ ਥੋੜ੍ਹੇ ਪੈਸੇ ਜੋੜ ਕੇ ਲਾਏ ਸੀਗੇ, ਉਹਨਾਂ ਨੂੰ ਉਹਦੇ ਪੈਸੇ ਵਾਪਸ ਕੀਤੇ ਜਾਣ। ਸੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਅੱਛਾ ਕਦਮ ਚੁੱਕਿਆ ਗਾ, ਔਰ ਪਰਲ ਦੇ ਜਿਹੜੇ ਵੀ ਮਾਲਕ ਨੇ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ। ਤਾਂ ਖਜ਼ਾਨਾ ਮੰਤਰੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਉਹਨਾਂ ਦੇ ਖਿਲਾਫ ਜਾਂਚ ਬੈਠੀ ਹੈ, ਇਨਕੁਆਇਰੀ ਹੋ ਰਹੀ ਹੈ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਕਾਂਗਰਸ